यहाँ पर आया था 9 तारीख को, उस हिसाब से अगर कहीं पानी आ गया, रात को आ गया पानी, तो हम कहाँ जाएंगे? मतलब भागने का चांस भी नहीं मिलेगा। बड़ी डिमांड है। हाँ जी, प्रशासन तो मना करता है, प्रशासन मना करते हैं। देखो जो हमारा काम नहीं है, बाउंड्री वॉल का या किसी भी चीज़ का काम है। किसके साथ बात हुई? हमारी ईओ साहब से बात हुई है, जो परविंदर जी यहाँ पर एमसी के पास बैठे हैं। शहर के निवासी को बचाने के लिए किसका काम है? शहर का इंचार्ज कौन है? ਇਹਨਾਂ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿੱਦਾਂ ਮਕਾਨ ਬਣਾਏ ਜਾਂਦੇ ਆ, ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਹੈਗਾ। ਇਹ ਕਹਿੰਦੇ ਵੀ ਅਸੀਂ ਕਾਫੀ ਲੰਮੇ ਸਮੇਂ ਤੋਂ ਇਹ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਇਸ ਵੇਲੇ ਵੀ ਇਹ ਬਿਲਕੁਲ ਹਾਈ ਰਿਸਕ ਤੇ ਬੈਠੇ ਆ। ਇੱਥੇ ਕਿਸੇ ਵੇਲੇ ਵੀ ਕੋਈ ਪਾਣੀ ਆਵੇ ਤਾਂ ਕੋਈ ਨੁਕਸਾਨ ਹੋ ਸਕਦਾ ਹੈ। ਇਹ ਪੁੱਛ ਰਹੇ ਆ ਵੀ ਸਾਡਾ ਕੀ ਕਸੂਰ ਹੈ, ਕਿ ਸਾਡਾ ਕਸੂਰ ਸਾਨੂੰ ਦੱਸਿਆ ਜਾਵੇ ਕੀ ਹੈ। ਜਿਹਦਾ ਕਸੂਰ ਹੈ ਉਹ ਤੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨਾਗਰਿਕਾਂ ਨੂੰ ਸੇਫ ਕੀਤਾ ਜਾਵੇ। ਕੁਰਾਲੀ ਦੇ ਮਾਡਲ ਟਾਊਨ ਦੀ ਨਦੀ ਦੇ ਵਿੱਚ ਫੇਰ ਆਇਆ ਬਰਸਾਤੀ ਪਾਣੀ ਕਾਫੀ ਤੇਜ਼। ਮੁਹੱਲਾ ਨਿਵਾਸੀਆਂ ਦੀ ਉੜੀ ਨੀਂਦ। ਭਾਈ ਸ਼ਮਸ਼ੇਰ ਸਿੰਘ ਪੜਿਆਲਾ ਪ੍ਰਭ ਆਸਰਾ ਸੰਸਥਾ ਦੇ ਮੁਖੀ ਨੇ ਅੱਜ ਮੌਕੇ ਤੇ ਸੰਭਾਲਿਆ ਮੋਰਚਾ। ਸਤਿ ਸ਼੍ਰੀ ਅਕਾਲ ਜੀ, ਮੈਂ ਅਰੁਣ ਕੁਰਾਲੀ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਕੁਰਾਲੀ ਦੇ ਮਾਡਲ ਟਾਊਨ ਦੇ ਨਾਲ ਵਗਦੀ ਹੋਈ ਬਰਸਾਤੀ ਨਦੀ ਦੀ ਜ਼ਰੂਰ ਦਿਖਾਈਆਂ ਜਾਣ, ਜਿੱਥੇ ਕਿ ਫੇਰ ਤੋਂ ਪਾਣੀ ਦਾ ਲੈਵਲ ਵਧਣਾ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ 2018 ਦੇ ਵਿੱਚ ਇੱਥੇ ਕਾਫੀ ਜ਼ਿਆਦਾ ਹੜ੍ਹ ਆਇਆ ਸੀ, ਜਿਸ ਦੇ ਵਿੱਚ 2 ਦੇ ਕਰੀਬ ਮਕਾਨ ਵੀ ਡਿੱਗੇ ਸਨ ਅਤੇ ਲੋਕਾਂ ਦੀ ਕਾਫੀ ਦੇਰ ਤੱਕ ਨੀਂਦ ਵੀ ਉੜੀ ਸੀ। ਤੇ ਪਿਛਲੀ 7 ਤਰੀਕ ਨੂੰ ਫੇਰ ਤੋਂ ਇਸ ਨਦੀ ਨੇ ਇੱਕ ਵਿਕਰਾਲ ਰੂਪ ਧਾਰਿਆ ਅਤੇ ਨਦੀ ਦਾ ਪਾਣੀ 15 ਫੁੱਟ ਦੇ ਕਰੀਬ ਉੱਪਰ ਤੱਕ ਵੱਧ ਗਿਆ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਮਕਾਨ ਦੀਆਂ ਤਸਵੀਰਾਂ ਜ਼ਰੂਰ ਦਿਖਾਣ, ਜੋ ਕਿ ਇਸ ਨਦੀ ਦੇ ਪਾਣੀ ਦੀ ਬਰਸਾਤ ਦੇ ਚਪੇਟ ਵਿੱਚ ਆ ਗਿਆ ਤੇ ਇਸ ਦੇ ਡਿੱਗਣ ਦੇ ਕਗਾਰ ਤੇ ਹੈ ਤੇ ਕਾਫੀ ਤਰੇੜਾਂ ਇਸ ਦੇ ਵਿੱਚ ਪਈਆਂ ਹੋਈਆਂ। ਅੱਜ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਮੌਕੇ ਤੇ ਪੁੱਜੇ ਹੋਏ ਸਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਨੂੰ ਪਰਮਿਸ਼ਨ ਦਿੰਦੀ ਹੈ ਪਹਿਲਾਂ ਤਾਂ ਉਹ ਇੱਥੇ ਬੰਨ ਬਣਾ ਸਕਦੇ ਨੇ, ਪਰ ਉਹਨਾਂ ਸਰਕਾਰਾਂ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਕਿ ਮਕਾਨ ਡਿੱਗਣ ਤੇ ਬਾਅਦ ਚ ਮੁਆਵਜ਼ਾ ਨਾ ਦਿੱਤਾ ਜਾਵੇ, ਬਲਕਿ ਮਕਾਨ ਡਿੱਗਣ ਤੋਂ ਉਸ ਨੂੰ ਰੋਕਿਆ ਜਾਵੇ, ਕਿਉਂਕਿ ਨਾਗਰਿਕਾਂ ਦੀ ਜਾਨ ਬਚਾਉਣਾ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ। ਕੀ ਕਹਿਣਾ ਇਸ ਮੌਕੇ ਤੇ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਦਾ ਤੇ ਇੱਥੇ ਦੇ ਵਸਨੀਕਾਂ ਦਾ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਵੀਰ ਜੀ, ਅੱਜ ਤੁਸੀਂ ਮਾਡਲ ਟਾਊਨ ਚ ਆਏ ਆ, ਜਿੱਥੇ ਕਿ ਪਹਿਲਾਂ ਹੜ੍ਹ ਦਾ ਪਾਣੀ ਨੇ ਕੁਰਾਲੀ ਨਿਵਾਸੀਆਂ ਦਾ ਕਾਫੀ ਨੁਕਸਾਨ ਕੀਤਾ, ਕਈ ਮਕਾਨ ਵੀ ਖੜੇ ਆ। ਸਰ, ਕਿਸ ਤਰ੍ਹਾਂ ਦੇ ਹਾਲਾਤ ਇਸ ਵਕਤ ਫੇਰ ਨਦੀ ਆਈ ਹੋਈ ਹੈ? ਜਿਹੜਾ ਹੜ੍ਹ ਦੀ ਮਾਰ ਥੱਲੇ ਆਇਆ ਹੋਇਆ ਏਰੀਆ ਕੁਰਾਲੀ ਦਾ, ਇੱਥੇ ਜਦੋਂ ਮੈਂ ਇਹਨੂੰ ਦੇਖ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਹੈ, ਪਾਣੀ ਦੇ ਵਿੱਚ ਕਿੱਦਾਂ ਕਲੋਨੀ ਬਣੀ ਹੋਈ ਹੈ, ਜਿਹੜੀ ਕਿ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਕਿ ਪਾਣੀ ਦੇ ਅੰਦਰ ਇਹ ਜਿਹੜੀ ਜਿੱਥੇ ਬਹੁਤ ਪੁਰਾਣਾ ਫਲੋ ਇੱਥੇ ਸੈਂਕੜਿਆਂ ਸਾਲਾਂ ਦਾ, ਜਿਹਨੂੰ ਆਪਾਂ ਕਹੀਏ, ਆਪਾਂ ਤਾਂ ਪਿਛਲੇ ਜਦੋਂ ਸਾਡੀ ਕਹ ਲਓ ਵੀ ਸੋਝੀ ਸੰਭਲੀ ਆ ਉਦੋਂ ਤੋਂ ਦੇਖਦੇ ਆ ਰਹੇ ਹਾਂ ਕਿ ਇੱਥੇ ਨਦੀ ਦਾ ਜਿਹੜਾ ਏਰੀਆ ਸੀ ਉਹ ਕਿੰਨਾ ਲੰਮਾ ਚੌੜਾ ਸੀ। ਜੇ ਇਹਦਾ ਇੱਧਰਲਾ ਬੰਨਾ ਦੇਖਦੇ ਆ ਉਹ ਕਿੰਨਾ ਅੱਧੇ ਕਿਲੋਮੀਟਰ ਤੇ ਹੋਏਗਾ। ਇਹ ਨਹਿਰ ਦੇ ਵਿੱਚ ਮਤਲਬ ਨਦੀ ਦੇ ਵਿੱਚ ਜਿਹੜੀ ਕਲੋਨੀ ਹੈਗੀ ਹੈ, ਕੱਟਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ, ਇਹਦੇ ਨਕਸ਼ੇ ਪਾਸ ਕਿਹਨੇ ਕੀਤੇ ਹੈ, ਇਹ ਜਿਹੜੇ ਸਵਾਲ ਬਹੁਤ ਵੱਡੇ ਖੜੇ ਆ, ਜਿਹਦੇ ਕਰਕੇ ਨਾਗਰਿਕ ਦੀਆਂ ਜਾਨਾਂ ਖਤਰੇ ਵਿੱਚ ਪਈਆਂ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਸਾਰੀ ਉਮਰ ਦੀ ਇੱਕ ਮਕਾਨ ਬਣਾਉਣਾ ਹੋਵੇ ਇੱਕ ਇਨਸਾਨ ਨੇ, ਤੇ ਉਹਨੂੰ ਪਤਾ ਹੁੰਦਾ ਉਹ ਕਿੱਦਾਂ ਬਣਾਉਂਦਾ। ਤੇ ਕੋਠੀਆਂ ਦੇ ਹਾਲਾਤ ਤੇ ਗਿਰੀਆਂ ਹੋਈਆਂ ਕੋਠੀਆਂ ਤੇ ਗਿਰਨ ਕਿਨਾਰੇ ਖੜੀਆਂ ਕੋਠੀਆਂ ਦੱਸ ਰਹੀਆਂ ਹੈਗੀਆਂ ਕਿ ਉਹ ਮਤਲਬ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਚੱਲ ਰਹੇ ਹੋਣੇ, ਕਿੰਨੇ ਕੁ ਡਿਪਰੈਸ਼ਨ ਚ ਗਏ ਹੋਣੇ ਤੇ ਕਿੰਨੇ ਉਹਨਾਂ ਦੇ ਉੱਪਰ ਕਰਜ਼ੇ ਖੜੇ ਹੋਣੇ ਜਿਨ੍ਹਾਂ ਨੇ ਆਪਣੀਆਂ ਲੋਨ ਲੈ ਕੇ ਇੱਥੇ ਮਕਾਨ ਬਣਾਏ ਹੈ। ਇਸ ਦੀ ਇਨਕੁਆਇਰੀ ਤੁਰੰਤ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਇਹ ਕਲੋਨੀਆਂ ਕਿਹਨੇ ਪਾਸ ਕੀਤੀਆਂ, ਇਸ ਨਦੀ ਦੇ ਵਿੱਚ ਕਲੋਨੀਆਂ ਨੂੰ ਪਾਸ ਕਿਹਨੇ ਕੀਤਾ ਤੇ ਇਹਨਾਂ ਦੀ ਜਾਨ ਦੇ ਨਾਲ ਨਾਗਰਿਕ ਦੀ ਖਿਲਵਾੜ ਕਰਨ ਦੇ ਲਈ ਉਹ ਕਿਹੜਾ ਕਾਨੂੰਨ ਹੈ ਜਿਹਨੇ ਇਜਾਜ਼ਤ ਦਿੱਤੀ ਹੈ।
ਇਸ ਦੇ ਸੰਬੰਧ ਦੇ ਵਿੱਚ ਮੈਂ ਬੇਨਤੀ ਕੀਤੀ ਹੈ ਐਸਡੀਐਮ ਸਾਹਿਬ ਨੂੰ, ਉਹਨਾਂ ਨੇ ਕਿਹਾ ਵੀ ਦੀ ਇਨਕੁਆਇਰੀ ਕੀਤੀ ਜਾ ਰਹੀ ਹੈਗੀ ਹੈ। ਤੇ ਹੁਣ ਇਸ ਵੇਲੇ ਸਵਾਲ ਹੈਗਾ ਕਿ ਜੋ ਪਾਣੀ ਦਾ ਰਸਤਾ ਹੈਗਾ, ਇਸ ਵੇਲੇ ਮੈਂ ਦੇਖ ਰਿਹਾ ਕਿ ਪਾਣੀ ਨੇ ਆਪਣਾ ਰਸਤਾ ਪੁਰਾਣਾ ਜਿਹੜਾ ਬਣਾਉਂਦਾ ਆ ਰਿਹਾ, ਤੇ ਉਸ ਦੇ ਅੱਗੇ ਕਿੰਨੀ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਕਿ ਨਕਸ਼ੇ ਪਾਸ ਕਰਵਾਏ ਹੋਏ ਆ, ਤੇ ਜਿਹੜੇ ਕਿ ਰੈਗੂਲਰ ਆਪਣਾ ਸਾਰਾ ਕੁਝ ਪੇ ਕਰਦੇ ਆ, ਜਿਹੜੇ ਕਿ ਟੈਕਸ ਹੁੰਦੇ ਆ ਇਹਨਾਂ ਦੇ, ਤੇ ਇਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਹੈ। ਤੇ ਜੇਕਰ ਪਾਣੀ ਰਾਤ ਨੂੰ, ਜਿਵੇਂ ਮੌਸਮ ਵਿਭਾਗ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਵੀ ਪਾਣੀ ਕਿਸੇ ਵੇਲੇ ਵੀ ਛੱਡਣਾ ਪੈ ਸਕਦਾ, ਤੇ ਜੇ ਦੁਬਾਰੇ ਪਾਣੀ ਆ ਗਿਆ, ਇਹਨੇ ਆਪਣਾ ਰਸਤਾ ਜਿਸ ਹਿਸਾਬ ਨਾਲ ਬਣਾਇਆ ਹੋਇਆ ਤੇ ਕਿੰਨਾ ਵੱਡਾ ਨੁਕਸਾਨ ਕਰੇਗਾ, ਇਹਨਾਂ ਦਾ ਜਾਨੀ ਨੁਕਸਾਨ ਦੀ ਕੰਪਨਸੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਜੇ ਕਿਸੇ ਦਾ ਵੀ ਮਾਲੀ ਨੁਕਸਾਨ ਹੁੰਦਾ ਹੈ, ਆਰਥਿਕ ਪੱਖੋਂ ਹੁੰਦਾ ਹੈ, ਜਾਨੀ ਨੁਕਸਾਨ ਹੁੰਦਾ ਹੈ, ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ, ਇਹ ਸਵਾਲ ਖੜੇ ਆ। ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਕਿ ਤੁਰੰਤ ਇੱਥੇ ਵਿਜ਼ਿਟ ਕੀਤੀ ਜਾਵੇ ਤੇ ਵਿਜ਼ਿਟ ਕਰਕੇ ਸੋਲਿਊਸ਼ਨ ਦਿੱਤਾ ਜਾਵੇ, ਤੇ ਜਿਨ੍ਹਾਂ ਨੇ ਇਹ ਪਾਣੀ ਦੇ ਰਸਤੇ ਦੇ ਵਿੱਚ ਇਹ ਕਲੋਨੀਆਂ ਪਾਈਆਂ, ਮਤਲਬ ਪਾਸ ਕੀਤੀਆਂ, ਨਕਸ਼ੇ ਪਾਸ ਕੀਤੇ ਹੈ, ਉਹਨਾਂ ਤੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਾਗਰਿਕ ਦੀਆਂ ਜਾਨਾਂ ਤੋਂ ਵੱਧ ਕੇ ਮਤਲਬ ਕੁਝ ਵੀ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ, ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਇਹ ਬਿਨਾਂ ਦੇਰੀ, ਕਿਉਂਕਿ ਪਾਣੀ ਰਾਤ ਨੂੰ ਵੀ ਆ ਸਕਦਾ, ਪਾਣੀ 2 ਦਿਨਾਂ ਬਾਅਦ ਵੀ ਆ ਸਕਦਾ, ਪਾਣੀ ਕਿਸੇ ਵੇਲੇ ਵੀ ਆ ਸਕਦਾ, ਤੇ ਇੱਥੇ ਜਿਹੜੇ ਨਾਗਰਿਕ ਰਹਿ ਰਹੇ ਹੈ ਉਹਨਾਂ ਨੂੰ ਇੱਕਦਮ ਸੇਫ ਕਿੱਦਾਂ ਕਰਾਂਗੇ। ਸੇਫ ਕਰਨ ਦੇ ਜੇ ਇੰਤਜ਼ਾਮ ਵੀ ਕਰ ਲਏ, ਬਾਈ ਚਾਂਸ ਜੇ ਕਿਤੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਹਦੇ ਲਈ ਜ਼ਿੰਮੇਵਾਰੀ ਕਿਹਦੀ ਹੋਊਗੀ, ਇਹ ਬਹੁਤ ਸਾਰੇ ਸਵਾਲ ਖੜੇ ਹੈ। ਮੈਂ ਫਿਰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਹਦਾ ਸੋਲਿਊਸ਼ਨ ਦਿੱਤਾ ਜਾਵੇ, ਤੇ ਸੰਸਥਾਵਾਂ ਜਿਹੜੀਆਂ ਹੈਗੀਆਂ ਇਹ ਕੀ ਕਰ ਸਕਦੀਆਂ ਹੈਗੀਆਂ ਤੇ ਇਹਨੂੰ ਸੁਝਾਅ ਵੀ ਦਿੱਤਾ ਜਾਵੇ, ਤੇ ਕੁਝ ਇਹ ਮਤਲਬ ਟੈਕਨੀਕਲ ਟੀਮ ਭੇਜ ਕੇ ਜੋ ਵੀ ਕੀਤਾ ਜਾ ਸਕਦਾ ਹੈਗਾ, ਸੰਸਥਾਵਾਂ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਵੀ ਅਸੀਂ 24 ਘੰਟੇ ਤਿਆਰ ਹੈਗੇ ਹਾਂ। जिस तरह की भी हेल्प की लोड़ ਅਸੀਂ ਕਰਨ ਨੂੰ तैयार है, पर हर कीमत पे नागरिक सेफ होना चाहिए। हाँ जी भाजी, यहाँ पे तो ठीक है जी, हमारा सारी फॉर्मेलिटी जो भी थी मकान की हर एक चीज ओके है, ठीक है, हमें कोई दिक्कत नहीं है इस चीज के लिए। पर जब 2018 में यहाँ पर पानी आया तो पानी ऐसा पानी आया कि यहाँ पर 3 मकान थे, तो 3 मकान साथ में पानी भाग के ले गए यहाँ से, ठीक है जी। जो कुछ मकान थे पास में, उन मकानों में पानी अंदर आ गया था। फिर हमने प्रशासन से गुहार लगाई, तो प्रशासन मेरा उस टाइम सब प्रशासन यहाँ पर आया, जो भी जिनकी फॉर्मेलिटी सब आया, लेकिन काम किसी ने भी नहीं करा। अब जब दोबारा पानी यहाँ पर अभी आया 9 जुलाई को, तो उस पानी ने तो बहुत ही पूरी कॉलोनी के अंदर पानी था वो पानी। तो हम दोबारा जैसे ही प्रशासन इसमें गए, हर एक प्रशासन से मतलब हमने बात करी है, तो प्रशासन कहता हम बात करेंगे मिलेंगे, जिसने भी करा करेंगे हम, लेकिन वो करा कुछ भी नहीं उन्होंने। तो हम ये मांग करते हैं कि जिसकी भी गलती है, चाहे प्रशासन की गलती है, चाहे डीलर की गलती है, या किसी की भी गलती है, जिन्होंने ये कॉलोनी पास करी है, नदी के अंदर पास करी है, नदी थी नहीं थी हमें इस चीज का पता नहीं, लेकिन जब हम देख रहे हैं तो ये नदी है। तो हम ये चाहते हैं कि जिनका भी नुकसान हुआ है या आने चलो हो गया, लेकिन जो आने वाला जो नुकसान जिसका हुआ है उससे हमें बचना चाहते हैं हम। जब आपने प्लाट लिया था तब आपको पता नहीं था कि यहाँ पे नदी, आपको क्या दिखाया गया था, क्या बोला गया था? अजी यहाँ पे नदी थी नहीं, यहाँ पे सिर्फ छोटा सा नाला था यहाँ पर, ठीक है जी। जो सामने वाली कॉलोनी है WICCS, जो कॉलोनी सामने बड़ी बनी हुई है, इसने तो जो भी हमारे सामने तो खुल था पूरा नाला, लेकिन उसने पूरा बंद कर दिया था ये। तो उस टाइम पानी भी कभी आया नहीं यहाँ पर, हम 2013 से यहाँ पे रह रहे हैं, तो कभी पानी भी यहाँ पे आया नहीं, लेकिन 2018 में पानी आया था यहाँ पर, तब पता लगा कि नदी जगह है। सरकार की ओर से कोई काम किया गया अभी नदी? सरकार की तरफ से कोई भी काम नहीं करा। सरकार से हमने प्रशासन से जितनी भी करा कि हम इस नदी को साफ करो या जो भी करने वाला काम है, तो उन्होंने कभी भी नहीं करा कि हाँ चलो हम नदी को ये साफ करें, कभी नहीं हुआ ये काम वैसे। अच्छा, इस कॉलोनी में जो बंदे रह रहे हैं वो ज्यादातर बिलोंग कहाँ से करते हैं, पंजाब से हैं या अलग अलग? जी देखो, पंजाब के भी हैं, उत्तराखंड के भी हैं, हिमाचल के भी हैं, ठीक है, सभी जगह से हैं, बाहर के लोकल भी हैं, मोस्टली बाहर के हैं। हाँ जी। तो जैसे अभी यहाँ पे नई कॉलोनी भी कुछ करने वाली है, उसके बारे में क्या बोलेंगे आप लोगों से, क्या अपील करेंगे? हम तो ये अपील करेंगे जैसे हम मर रहे हैं तो वो ना मरे, हम तो फंसे गए हैं, हम चाहे प्रशासन ने हमें फंसा दिया, कैसे फंसाया, तो वो क्योंकि बनने नहीं चाहिए वो, अभी तो बन गई है, लेकिन जब बन उन्होंने पैसा लगा देंगे फिर तो वो गए, जैसे हम मर रहे हैं अभी। ये सिर्फ हम 12 मंदिर मकान बनाने के लिए कोई लोन भी लिया है? हमने तो यहाँ पर जो लोग रह रहे हैं, हाँ जी लिए, सबने लिए। कहते हैं कि ये जो मकान गिरने वाला है अब उस बंदे ने भी लोन लिया हुआ है। ये तो डीलर का मकान, वो जो जिसका पहले तो उसने लोन लिया था, लेकिन उसको चलो किसी ने वो कहीं और ले लिया उसने, अभी ये डीलर के नाम पे हो गया है। कि ਸਾਡੀ ਸੁਰੱਖਿਆ ਕੀਤੀ ਜਾਵੇ। 2019 ਵਿੱਚ ਵੀ ਇੱਥੇ ਪਾਣੀ आया, 18 ਵਿੱਚ, उस टाइम पे भी सभी प्रशासन आया यहाँ पे, लेकिन प्रशासन ने कोई भी अब तक एक्शन नहीं लेता। अब 9 मार्च अभी 23 को जब पानी आया है
तो उस वक्त भी जुलाई को 9 9 जुलाई को, तो उस वक्त भी मतलब प्रशासन दूसरे 2 दिन बाद आया यहाँ पे, देखा सुना। हमने चिट्ठियां लिखी हैं, डिप्टी कमिश्नर को चिट्ठी लिखी है, एसडीएम को चिट्ठी लिखी है, चीफ मिनिस्टर को भी चिट्ठी डाली है हमने। लेकिन उसके बाद विधायक के फादर साहब से भी हम माजरी में जाके मिले हैं, उन्होंने भी ईओ साहब को बोला है कि ये काम करवाएं। लेकिन जब ईओ साहब से मिले हैं तो उन्होंने कहा कि ये काम जो है ड्रेनेज डिपार्टमेंट का काम है, तो उन्होंने बोला कि वहां से एनओसी आएगा तब हम कुछ कर पाएंगे। लेकिन आज 10-12 दिन हो गए, लेकिन कोई एनओसी नहीं आया और ना ही अभी तक कोई कार्रवाई हुई है। 12 मंदिर कॉलोनी में आप रह रहे हैं यहाँ पे, क्या अब आपको यहाँ पे रहते हुए डर महसूस होता डर, रात को इतना खौफ, हमें नींद नहीं आती रात के वक्त के, इतने घबराए हुए है? होते हैं, नींद नहीं आती? है और बार बार उठ के हमें नदी की तरफ देखना पड़ता है कि कहीं पानी तो नहीं आ गया, हम भाग लें यहाँ से। जो आपका मकान है उसका आपने नक्शा पास करवाया था? नक्शा पास है, हमारे नक्शे पास है, रजिस्ट्री है, नक्शा पास है और हम यहाँ प्रॉपर्टी टैक्स पे कर रहे हैं, बिजली पानी का पे कर रहे हैं, हमें कोई दिक्कत नहीं है। जब हमने मकान बनाया ना तो ड्रेनेज डिपार्टमेंट ने हमें रोका, ना एमसी ने रोका हमें, चुपचाप हर जगह हमारे काम होता रहा, इसलिए हमें कोई पता नहीं लगा कि ये नदी की जगह है। ਜਿਹੜੀ ਉਹ ਨਦੀ ਹੈਗੀ ਆ ਉਹ ਡਰੇਨੇਜ ਵਿਭਾਗ ਉਹਨੂੰ ਮੇਨਟੇਨ ਕਰਦਾ ਹੈਗਾ, ਉਹਦੇ ਅਧਿਕਾਰ ਖੇਤਰ 'ਚ ਹੈਗੀ ਹੈ। ਅਸੀਂ ਉਹਦੇ ਵਹਾਓ ਦੇ ਲਈ ਉਹਨੂੰ ਜਾਂ ਜਿਹੜੀ ਉਹਦੀ ਸਫਾਈ ਦੇ ਲਈ ਅਸੀਂ ਡਰੇਨੇਜ ਵਿਭਾਗ ਨੂੰ ਮੈਂ ਪਿਛਲੇ ਹਫ਼ਤੇ ਚਿੱਠੀ ਲਿਖੀ ਹੈਗੀ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈਗਾ। ਤੇ ਅਸੀਂ ਜਿਹੜੀ ਇਹਦੀ ਸਫਾਈ ਲਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੈਗਾ ਵੀ ਇਹਦੀ ਸਫਾਈ ਕਰਵਾਈ ਜਾਵੇ। ਇਹ ਸਭ ਨਦੀ ਦੇ ਨਾਲ ਕਲੋਨੀਆਂ ਕੱਟੀਆਂ, ਉੱਥੇ ਨਕਸ਼ੇ ਵੀ ਪਾਸ ਹੋਏ ਨੇ ਲੋਕਾਂ ਦੇ, ਉਹ ਨਗਰ ਕੌਂਸਲ ਕੀ ਕਰੂਗਾ? ਉਹ ਨਕਸ਼ੇ ਅਸੀਂ ਰਿਕਾਰਡ ਮੰਗ ਰਹੇ ਹਾਂ ਉਹਨਾਂ ਤੋਂ, ਕਿੱਦਾਂ ਪਾਸ ਹੋਏ ਹੋਏ ਆ, ਉਹ ਕੀ ਹੈਗਾ। ਕਲੋਨੀ ਉਹ ਪਾਸ ਨਹੀਂ ਹੈਗੀ ਤੇ ਨਕਸ਼ੇ ਕਿਸ ਉਹਦੇ ਨਾਲ ਪਾਸ ਹੋਏ ਨੇ ਉਹਦੀ ਅਸੀਂ ਜਾਂਚ ਕਰ ਰਹੇ ਹਾਂ ਤੇ ਉਹਦੀ ਜਲਦੀ ਜਾਂਚ ਕਰਕੇ ਜੋ ਵੀ ਬਣਦਾ ਹੋਊਗਾ ਇਹ ਸਭ ਫੇਰ ਦੇ ਦੁਆਰਾ ਹੜ ਆਉਂਦੇ ਆ ਜਾਂ ਪਾਣੀ ਦਾ ਬਹਾਅ ਵੱਧਦਾ ਹੈ ਤੇ ਕਿਸ ਤਰ੍ਹਾਂ ਬੰਦੋਬਸਤ ਕੀਤੇ ਜਾ ਸਕਦੇ ਨੇ, ਕੀ ਤਿਆਰੀਆਂ ਆਪਣੇ ਕੋਲ? ਅਸੀਂ ਉੱਥੋਂ ਪਾਣੀ ਦੇ ਲਈ ਉਹਨਾਂ ਨੂੰ ਆਪਣਾ ਡਰੇਨੇਜ ਵਿਭਾਗ ਨੂੰ ਲਿਖਿਆ ਵੀ ਉਹਦੀ ਜਿਹੜੀ ਸਫਾਈ ਕਰਵਾਈ ਜਾਵੇ ਇੱਕ, ਤੇ ਉਹਦੇ ਲਈ ਅਸੀਂ ਜੋ ਨਗਰ ਕੌਂਸਲ ਵੱਲੋਂ ਜੋ ਵੀ ਹੈਲਪ ਹੋਊ ਡਰੇਨੇਜ ਵਿਭਾਗ ਦੀ, ਕਿਉਂਕਿ ਉਹ ਹੈਗੀ ਨਦੀ ਹੈਗੀ ਹੈ ਬਰਸਾਤੀ ਨਦੀ, ਇਹ ਜਿਹੜਾ ਇਹਦਾ ਬਰਸਾਤੀ ਨਦੀ ਦਾ ਹੈਗਾ ਅਧਿਕਾਰ ਖੇਤਰ ਇਹ ਡਰੇਨੇਜ ਡਿਪਾਰਟਮੈਂਟ ਦਾ ਹੈਗਾ। ਤੇ ਅਸੀਂ ਉਹਨਾਂ ਨੂੰ ਜੋ ਵੀ ਹੈਲਪ ਨਗਰ ਕੌਂਸਲ ਵੱਲੋਂ ਚਾਹੁਣਗੇ ਅਸੀਂ ਉਹ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਹੈਲਪ ਦਿਆਂਗੇ ਤੇ ਅਸੀਂ ਉਹ ਡਰੇਨੇਜ ਵਿਭਾਗ ਨੂੰ ਇਹਦੇ ਲਈ ਲਿਖਿਆ ਹੈ। ਇਹ ਸਭ ਨਦੀ ਦੇ ਕਿਨਾਰੇ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਜਾਂ ਨਵੀਆਂ ਕੱਟਣੀਆਂ ਨੇ, ਕੱਟ ਹੋ ਰਹੀਆਂ ਨੇ। ਕੁਰਾਲੀ ਦੇ ਵਿੱਚ ਵੀ ਸੁਣਿਆ ਜਾ ਰਿਹਾ ਕਿ ਇੱਕ ਕਲੋਨੀ ਹੋਰ ਨਵੀਂ ਕੱਟਣ ਜਾ ਰਹੀ ਹੈ ਨਦੀ ਦੇ ਕਿਨਾਰੇ। ਇਸ ਤਰ੍ਹਾਂ ਦੀਆਂ ਕਲੋਨੀਆਂ ਬਾਰੇ ਆਪ ਲੋਕਲ ਦੇਖੋ ਜੋ ਪਹਿਲਾਂ ਹੋਇਆ ਮੈਨੂੰ ਉਹਦੇ ਬਾਰੇ ਮੈਂ ਕੋਈ ਵੀ ਇਹਦੇ ਨਹੀਂ ਕੋਈ ਕਮੈਂਟ ਕਰ ਸਕਦਾ, ਪਰ ਨਵੀਂ ਕੋਈ ਵੀ ਕਲੋਨੀ ਪਾਣੀ ਦੇ ਵਹਾਅ ਦੇ ਵਿੱਚ ਕੋਈ ਵੀ ਨਵੀਂ ਕਲੋਨੀ ਨਹੀਂ ਬਣੂਗੀ। ਨਦੀ ਦਾ ਜਿਹੜਾ ਵੀ ਜਿੰਨਾ ਵੀ ਵਹਾਅ ਹੈਗਾ, ਚਾਹੇ ਉਹ ਸਿਰਫ ਪ੍ਰਾਈਵੇਟ ਲੈਂਡ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਕੋਈ ਵੀ ਕੰਸਟਰਕਸ਼ਨ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕੋਈ ਕਲੋਨੀ ਨਹੀਂ ਬਣਦੀ। ਜਿਹੜਾ ਬੰਨ ਵਾਲੀ ਉਹਨਾਂ ਨੇ ਕਰਿਆ ਕਟਿੰਗ ਕਰੀ ਗਈ ਸਰਕਾਰ ਦੀ ਹੋਈ ਹੈ, ਨਹੀਂ ਉਹ ਉਹਦਾ ਫਿਲਹਾਲ ਮੈਂ ਉਹਦਾ ਮੌਕਾ ਦੇਖਿਆ ਹੈਗਾ, ਪਰ ਉੱਥੇ ਕੋਈ ਹੈ ਨਹੀਂ ਏਦਾਂ ਦਾ, ਕੱਚਾ ਜਿਹਾ ਰਸਤਾ ਬਣਿਆ ਸੀ ਉਹ ਵੀ ਵਹਾਅ 'ਚ ਰੁੜ ਗਿਆ ਤੇ ਮੇਰੇ ਧਿਆਨ 'ਚ ਆਇਆ ਸੀਗਾ, ਤੇ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ ਹੋਣ ਦਿੱਤੀ ਜਾਊਗੀ।